ਹੈਲੋ ਸਟੂਡੈਂਟਸ, ਅੱਜ ਆਪਾਂ 5th ਕਲਾਸ ਦੀ ਐਕਸਰਸਾਈਜ਼ 3.1 ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਸਭ ਤੋਂ ਪਹਿਲਾ ਪਾਰਟ ਹੈਗਾ ਰਾਈਟ ਦੀ ਫਸਟ 5 ਮਲਟੀਪਲਸ ਆਫ ਦੀ ਫੋਲੋਇੰਗ ਨੰਬਰਸ। ਇਹਦਾ ਸੈਕਿੰਡ ਪਾਰਟ ਹੈਗਾ ਫਾਈਂਡ ਦੀ ਫੈਕਟਰਸ ਆਫ ਦੀ ਗਿਵਨ ਨੰਬਰਸ। ਇਹਦੇ ਵਿੱਚ ਕੀ ਕਰਨਾ, ਫਸਟ ਪਾਰਟ ਦੇ ਵਿੱਚ ਆਪਾਂ ਮਲਟੀਪਲਸ ਫਾਈਂਡ ਕਰਨੇ ਆ, ਜਿਹੜਾ ਸੈਕਿੰਡ ਨੰਬਰ ਹੈਗਾ ਉਹਦੇ ਵਿੱਚ ਆਪਾਂ ਫੈਕਟਰਸ ਫਾਈਂਡ ਕਰਨੇ ਆ। ਜਿਹੜੀ 3.1 ਐਕਸਰਸਾਈਜ਼ ਆ ਉਹਦੇ ਵਿੱਚ ਸਿੰਪਲੀ ਕੀ ਆ, ਦੋ ਹੀ ਟਰਮਸ ਆਉਂਦੀਆਂ, ਇੱਕ ਕੀ ਆ ਮਲਟੀਪਲਸ ਅਤੇ ਇੱਕ ਕੀ ਆ ਫੈਕਟਰਸ। ਸੋ ਸਭ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ ਮਲਟੀਪਲਸ ਕੀ ਹੁੰਦੇ। ਸਪੋਜ਼ ਕਰੋ ਕਿ ਆਪਣੇ ਕੋਲ ਕੋਈ ਨੰਬਰ ਆ, ਜਿਵੇਂ ਸਪੋਜ਼ ਕਰੋ ਕਿ 2 ਆ, ਉਹਨਾਂ ਨੇ ਆਪਾਂ ਨੂੰ ਕਿਹਾ ਹੋਵੇ ਕਿ ਇਹਦੇ ਕੀ ਆ 5 ਮਲਟੀਪਲਸ ਫਾਈਂਡ ਕਰੋ। ਮਲਟੀਪਲਸ ਦਾ ਮਤਲਬ ਕੀ ਹੁੰਦਾ, ਸਿੰਪਲੀ ਉਹਦਾ ਟੇਬਲ ਹੀ ਪੜ੍ਹ ਦੇਣਾ ਆਪਾਂ। ਜਿਵੇਂ 2 ਆ, 2 ਦਾ ਆਪਾਂ ਟੇਬਲ ਹੀ ਕਿੰਨੇ ਵਾਰੀ ਪੜ੍ਹਨਾ ਵਾ, 5 ਟਾਈਮਸ, ਜਿੰਨੀ ਵਾਰੀ ਵੀ ਕਿਹਾ ਹੋਵੇ। ਜੇ ਉਹਨਾਂ ਕਿਹਾ ਫਸਟ 5 ਮਲਟੀਪਲਸ ਫਾਈਂਡ ਕਰਨੇ ਆ, ਫਿਰ ਆਪਾਂ 5 ਟਾਈਮ 2 ਦਾ ਟੇਬਲ ਪੜ੍ਹ ਦੇਣਾ। ਸਪੋਜ਼ ਕਰੋ ਕਿ ਆਪਣੇ ਕੋਲ 2 ਦਾ ਟੇਬਲ ਪੜ੍ਹਨਾ ਆਪਾਂ, ਉਹਦਾ ਆਨਸਰ ਕੀ ਆ ਜਾਏਗਾ 2 4 6 8 ਐਂਡ 10, ਜਾਣੀ ਕਿ 2 ਦੇ ਆਪਾਂ 5 ਮਲਟੀਪਲਸ ਫਾਈਂਡ ਕਰ ਲਏ ਆ। ਆਪਣੇ ਕੋਲ ਕਿੰਨੇ ਹੋ ਗਏ 1 2 3 4 ਐਂਡ 5, ਜਾਣੀ ਕਿ ਆਪਾਂ 2 ਦੇ 5 ਮਲਟੀਪਲਸ ਫਾਈਂਡ ਕਰ ਲਏ ਆ। ਨੈਕਸਟ ਆਪਣੇ ਕੋਲ ਆ ਜਾਂਦਾ ਫੈਕਟਰਸ। ਹੁਣ ਆਪਾਂ ਇਹ ਦੇਖਾਂਗੇ ਕਿ ਫੈਕਟਰਸ ਹੁੰਦੇ ਕੀ। ਸਪੋਜ਼ ਕਰ ਲਓ ਕਿ ਆਪਣੇ ਕੋਲ ਇੱਥੇ 9 ਦਿੱਤਾ ਵਾ, ਆਪਾਂ 9 ਦੇ ਫੈਕਟਰਸ ਲਿਖਣੇ ਆ ਕਿ 9 ਦੇ ਫੈਕਟਰਸ ਕਿਹੜੇ ਕਿਹੜੇ ਹੁੰਦੇ ਆ। ਇਹਦਾ ਮਤਲਬ ਇਹ ਆ ਕਿ 9 ਕਿਹੜੇ ਕਿਹੜੇ ਟੇਬਲ 'ਤੇ ਆਉਂਦਾ ਵਾ, ਆਪਾਂ ਉਹ ਟੇਬਲ ਲਿਖਦੇ ਨੇ। ਇੱਕ ਤਾਂ 1 ਦੇ ਉੱਪਰ ਵੀ ਆ ਜਾਂਦਾ 1 9 ਦਾ 1, ਇੱਕ ਕੀ ਆ 3 'ਤੇ ਆਉਂਦਾ 3 3 ਦਾ 9, ਇੱਕ ਕੀ ਆ 9 ਦੇ ਟੇਬਲ 'ਤੇ ਆ ਜਾਂਦਾ 9 1 ਦਾ 9, ਜਾਣੀ ਕਿ 9 ਦੇ ਕਿੰਨੇ ਫੈਕਟਰ ਹੋ ਗਏ ਆਪਣੇ ਕੋਲ 3 ਫੈਕਟਰਸ ਹੋ ਗਏ, ਜਿਹਦੇ ਵਿੱਚ ਆਪਾਂ ਫਸਟ ਫੈਕਟਰ ਹੋ ਗਿਆ 1, ਸੈਕਿੰਡ ਹੋ ਗਿਆ 3 ਐਂਡ ਥਰਡ ਹੋ ਗਿਆ 9। ਜਾਣੀ ਕਿ ਆਪਾਂ ਜਦੋਂ ਵੀ ਫੈਕਟਰਸ ਫਾਈਂਡ ਕਰਨੇ ਆ ਉਹਦੇ ਵਿੱਚ ਆਪਾਂ ਹੀ ਕਰਨਾ ਵਾ ਕਿ 9 ਜਿਹੜੇ ਵੀ ਟੇਬਲ 'ਤੇ ਆਉਂਦਾ ਹੈਗਾ ਉਹ ਆਪਾਂ ਸਾਰੇ ਟੇਬਲਸ ਲਿਖ ਦੇਣੇ ਆ। ਸੋ ਆਪਣੇ ਤੋਂ ਸਭ ਤੋਂ ਫਸਟ ਪਾਰਟ ਹੈਗਾ ਸੀ ਰਾਈਟ ਦੀ ਫਸਟ 5 ਮਲਟੀਪਲਸ ਆਫ ਦੀ ਫੋਲੋਇੰਗ ਨੰਬਰਸ। ਜਾਣੀ ਕਿ ਸਭ ਤੋਂ ਆਪਾਂ ਪਹਿਲਾਂ 5 ਦਾ ਲਿਖਣਾ ਸੀ। 5 ਦਾ ਕੀ ਆ ਜਾਏਗਾ, 5 ਦਾ ਸਿੰਪਲੀ ਟੇਬਲ ਪੜ੍ਹ ਦੇਣਾ ਸੀ 5 ਟਾਈਮਸ, ਅਤੇ ਉਹਦੇ ਕੀ ਆ ਜਾਣੇ ਸੀ 5 ਮਲਟੀਪਲਸ ਆ ਜਾਣੇ ਸੀ। 5 ਦਾ ਆ ਗਿਆ 5 10 15 20 ਐਂਡ 25, ਕੀ ਆ 5 ਇਹਦੇ ਮਲਟੀਪਲਸ ਆ ਗਏ। ਨੈਕਸਟ ਹੈਗਾ ਸਮ 9, 9 ਦਾ ਆਪਾਂ 5 ਮਲਟੀਪਲਸ ਲੱਭਣੇ ਸੀ, ਉਹਦਾ ਵੀ 9 ਦਾ ਵੀ ਟੇਬਲ ਆਪਾਂ 5 ਟਾਈਮ ਪੜ੍ਹਿਆ ਅਤੇ ਆਪਣੇ ਕੋਲ 9 ਦੇ ਮਲਟੀਪਲਸ ਆ ਗਏ। ਉਸੇ ਤਰੀਕੇ ਨਾਲ ਹੀ ਆਪਾਂ 10 ਦਾ ਫਾਈਂਡ ਕੀਤਾ, 10 ਦੇ ਵੀ 5 ਮਲਟੀਪਲਸ ਕਿੰਨੇ ਆ ਗਏ 10 20 30 40 ਐਂਡ 50। ਜਿਹੜਾ ਨੈਕਸਟ ਸਮ ਸੀ ਉਹਦੇ ਵਿੱਚ ਹੈਗਾ ਸੀ 12, 12 ਦੇ ਆਪਾਂ ਦੇਖੇ 5 ਮਲਟੀਪਲਸ, ਅਤੇ ਉਹਨੂੰ ਵੀ ਸਿੰਪਲੀ ਮਲਟੀਪਲਾਈ ਕਰਤਾ 12 24 36 48 ਐਂਡ 60 ਆ ਗਏ ਦੇ ਮਲਟੀਪਲਸ, ਜਾਣੀ ਕਿ ਟੋਟਲ ਕਿੰਨੇ ਹੋ ਗਏ 1 2 3 4 ਐਂਡ 5 ਮਲਟੀਪਲਸ ਆ ਗਏ 12 ਦੇ। ਨੈਕਸਟ ਸਮ ਹੈਗਾ 16 ਦੇ। 16 ਦੇ ਵੀ ਆਪਾਂ 16 ਦਾ ਸਿੰਪਲੀ ਟੇਬਲ ਪੜ੍ਹਿਆ 5 ਟਾਈਮਸ, ਅਤੇ ਆਪਣੇ ਕੋਲ ਕੀ ਉਹਦੇ 5 ਮਲਟੀਪਲਸ ਆ ਗਏ। 17 ਦਾ ਆਪਾਂ ਜਦੋਂ ਦੇਖਿਆ 17 ਦਾ ਵੀ ਸਿੰਪਲੀ ਟੇਬਲ ਪੜ੍ਹਿਆ ਆਪਾਂ 5 ਟਾਈਮ, ਅਤੇ ਆਪਣੇ ਕੋਲ ਕੀ ਆ 17 ਦੇ 5 ਮਲਟੀਪਲਸ ਆ ਗਏ, ਜਿਹਦੇ ਵਿੱਚੋਂ ਪਹਿਲਾ ਮਲਟੀਪਲਸ ਹੈਗਾ 17, ਨੈਕਸਟ ਹੈਗਾ 34, ਨੈਕਸਟ ਹੈਗਾ 51, ਨੈਕਸਟ ਹੈਗਾ 68 ਐਂਡ ਨੈਕਸਟ ਹੈਗਾ 85। ਸੋ ਇਸੇ ਤਰੀਕੇ ਨਾਲ ਹੀ ਆਪਾਂ ਇਹਦੇ ਸਾਰੇ ਮਲਟੀਪਲਸ ਫਾਈਂਡ ਕਰ ਲਏ। ਉਸ ਤੋਂ ਬਾਅਦ ਜਦੋਂ ਆਪਾਂ ਇਹਦੇ ਮਲਟੀਪਲ ਸਾਰੇ ਫਾਈਂਡ ਕਰ ਲਏ, ਇਹਦਾ ਨੈਕਸਟ ਪਾਰਟ ਆ ਜਾਂਦਾ ਫਾਈਂਡ ਦੀ ਫੈਕਟਰਸ ਆਫ ਦੀ ਗਿਵਨ ਨੰਬਰਸ। ਹੁਣ ਆਪਾਂ ਇਹਦੇ ਨੰਬਰਸ ਦੇ ਫੈਕਟਰਸ ਫਾਈਂਡ ਕਰਨੇ ਆ। ਫੈਕਟਰਸ ਤੁਹਾਨੂੰ ਮੈਂ ਦੱਸਿਆ ਸੀ ਕਿ ਕੀ ਹੁੰਦੇ ਆ, ਕਿ ਜਿਵੇਂ 5 ਦੇ ਟੇਬਲ, ਜਾਣੀ ਕਿ ਜਿੱਥੇ ਲਿਖਿਆ 5 ਕਿਹੜੇ ਕਿਹੜੇ ਟੇਬਲ 'ਤੇ ਆਉਂਦਾ ਵਾ। ਸਿੰਪਲੀ ਇਹ ਕਿ ਸਿੰਪਲੀ ਇੱਕ ਤਾਂ 1 ਦੇ ਟੇਬਲ 'ਤੇ ਆਉਂਦਾ, ਇਹਨੂੰ 1 ਨੂੰ ਰਾਊਂਡ ਕਰ ਦਿਓ। ਇੱਕ ਹੈ 2 ਦੇ ਟੇਬਲ 'ਤੇ 5 ਨਹੀਂ ਆਉਂਦਾ, 3 ਦੇ ਟੇਬਲ 'ਤੇ ਵੀ ਨਹੀਂ 5 ਆਉਂਦਾ, 4 ਦੇ ਟੇਬਲ 'ਤੇ ਵੀ ਨਹੀਂ 5 ਆਉਂਦਾ, ਸਿੰਪਲੀ ਕੀ ਲਿਖਤਾ ਆਪਾਂ 5 ਦੇ ਟੇਬਲ 'ਤੇ ਵੀ 5 ਆਉਂਦਾ, ਜਾਣੀ ਕਿ ਇਹਦੇ ਫੈਕਟਰਸ ਕਿੰਨੇ ਹੋ ਗਏ 1 ਅਤੇ 5, ਦੋ ਹੀ ਫੈਕਟਰਸ ਹੋ ਗਏ। ਉਸੇ ਤਰੀਕੇ ਨਾਲ ਨੈਕਸਟ ਕਰਾਂਗੇ 8 ਦੇ ਫੈਕਟਰ ਕੀ ਹੋ ਜਾਏਗੇ 1 2 4 ਐਂਡ 8। 8 ਦੇ ਫੈਕਟਰਸ ਕਿੰਨੇ ਹੋ ਗਏ 1 2 4 ਐਂਡ 8, ਜਾਣੀ ਕਿ 8 ਕੀ ਆ 1 ਦੇ ਟੇਬਲ 'ਤੇ ਵੀ ਆਉਂਦਾ, 2 ਦੇ ਟੇਬਲ 'ਤੇ ਵੀ ਆਉਂਦਾ, 4 ਦੇ ਟੇਬਲ 'ਤੇ ਵੀ ਆਉਂਦਾ, ਅਤੇ 8 ਦੇ ਟੇਬਲ 'ਤੇ ਵੀ ਆਉਂਦਾ ਹੈ। ਉਸ ਤੋਂ ਬਾਅਦ ਨੈਕਸਟ ਆਪਾਂ 14 ਦਾ ਦੇਖਾਂਗੇ। 14 ਦੇ ਵਿੱਚ ਸਿੰਪਲੀ ਕੀ ਲਿਖ ਦਾਂਗੇ, ਇੱਕ ਤਾਂ 1 ਦੇ ਟੇਬਲ 'ਤੇ ਆ ਗਿਆ 14, ਇੱਕ 2 ਦੇ ਟੇਬਲ 'ਤੇ ਆ ਗਿਆ 14, 3 ਦੇ ਟੇਬਲ 'ਤੇ 14 ਨਹੀਂ ਆਉਂਦਾ, 4 ਦੇ ਟੇਬਲ 'ਤੇ ਜਦੋਂ ਆਪਾਂ ਦੇਖਿਆ ਤਾਂ 4 ਦੇ ਟੇਬਲ 'ਤੇ ਵੀ 14 ਨਹੀਂ ਆਏਗਾ, ਨਾ ਹੀ 6 ਦੇ ਟੇਬਲ 'ਤੇ ਆਏਗਾ, 7 ਦੇ ਟੇਬਲ 'ਤੇ ਆ ਜਾਏਗਾ 14, 8 ਦੇ ਵੀ ਨਹੀਂ ਆਏਗਾ, 9 ਦੇ ਵੀ ਨਹੀਂ ਆਏਗਾ, 10 11 12 ਕਿਸੇ ਦੇ ਨਹੀਂ ਆਏਗਾ, ਸਿੰਪਲੀ ਕੀ ਆਏਗਾ 14 ਦੇ ਟੇਬਲ 'ਤੇ 14 ਆਏਗਾ। ਸੋ 14 ਦੇ ਕਿੰਨੇ ਫੈਕਟਰ ਹੋ ਗਏ 1 2 7 ਐਂਡ 4, ਇਹਦੇ ਵੀ 4 ਫੈਕਟਰਸ ਹੋ ਗਏ। ਨੈਕਸਟ ਆ ਗਿਆ ਆਪਣੇ ਕੋਲ 12। 12 ਦੇ ਫੈਕਟਰ ਵੇਖਣ ਦੇ ਲਈ ਵੀ ਆਪਾਂ ਇਹ ਦੇਖ ਲੈਣਾ ਵਾ ਕਿ 12 ਕਿਹੜੇ ਕਿਹੜੇ ਟੇਬਲ 'ਤੇ ਆਉਂਦਾ। ਸਿੰਪਲੀ ਕੀ ਆ ਗਿਆ 1 ਦੇ ਟੇਬਲ 'ਤੇ ਵੀ ਆ ਗਿਆ,
2 ਦੇ ਟੇਬਲ 'ਤੇ ਵੀ ਆ ਗਿਆ ਅਤੇ 3 ਦੇ ਟੇਬਲ 'ਤੇ ਵੀ ਆ ਗਿਆ, 4 ਦੇ ਟੇਬਲ 'ਤੇ ਵੀ 12 ਆਏਗਾ, 6 ਦੇ ਟੇਬਲ 'ਤੇ ਵੀ ਆਏਗਾ। ਉਸ ਤੋਂ ਬਾਅਦ ਸਿੰਪਲੀ ਸਿੱਧਾ ਆ ਜਾਏਗਾ 12 ਦੇ ਟੇਬਲ 'ਤੇ, ਯਾਨੀ ਕਿ ਇਹਦੇ 12 ਦੇ ਕਿੰਨੇ ਫੈਕਟਰ ਹੋ ਗਏ 1 2 3 4 5 ਐਂਡ 6, ਟੋਟਲ 6 ਫੈਕਟਰਸ ਹੋ ਗਏ ਇਹਦੇ। ਉਸ ਤੋਂ ਬਾਅਦ ਨੈਕਸਟ ਆ ਜਾਏ 25 ਦੇ ਫੈਕਟਰਸ ਵੇਖੇ ਆਪਾਂ, ਉਹ ਆਪਣੇ ਕੋਲ ਆ ਜਾਣਗੇ 1, ਉਸ ਤੋਂ ਬਾਅਦ ਆ ਜਾਏਗਾ 5, ਉਸ ਤੋਂ ਬਾਅਦ ਆ ਜਾਏਗਾ ਆਪਣੇ ਕੋਲ ਸਿੰਪਲੀ 25। ਸੋ ਇਹ ਆਪਣੇ ਕੋਲ 25 ਦੇ ਸਿਰਫ 3 ਹੀ ਫੈਕਟਰ ਆਏ 1 5 ਐਂਡ 25, ਯਾਨੀ ਕਿ 25 ਸਿਰਫ ਇਹਨਾਂ ਦੇ ਵਿੱਚੋਂ ਤਿੰਨਾਂ ਟੇਬਲਾਂ ਦੇ ਉੱਪਰ ਹੀ ਆ ਰਿਹਾ, ਇੱਕ 1 ਦੇ ਟੇਬਲ 'ਤੇ, ਇੱਕ 5 ਦੇ ਟੇਬਲ 'ਤੇ, ਇੱਕ 25 ਦੇ ਟੇਬਲ 'ਤੇ। ਉਸ ਤੋਂ ਬਾਅਦ 36 ਦਾ ਦੇਖਣਾ, 36 ਜਿਹੜਾ ਵਾ ਉਹ ਕੀ ਹੋਏਗਾ, ਇਹਦੇ ਵਿੱਚੋਂ 1 ਦੇ ਟੇਬਲ 'ਤੇ ਵੀ ਆਏਗਾ, 2 ਦੇ ਟੇਬਲ 'ਤੇ ਵੀ ਆਏਗਾ, 3 ਦੇ ਟੇਬਲ 'ਤੇ ਵੀ ਆਏਗਾ, ਉਸ ਤੋਂ ਬਾਅਦ 4 ਦੇ ਟੇਬਲ 'ਤੇ ਵੀ ਆ ਜਾਏਗਾ, 6 ਦੇ ਟੇਬਲ 'ਤੇ ਵੀ ਆਏਗਾ, 5 ਦੇ ਟੇਬਲ 'ਤੇ ਨਹੀਂ ਆਏਗਾ, ਉਸ ਤੋਂ ਬਾਅਦ 12 ਦੇ ਟੇਬਲ 'ਤੇ ਵੀ ਆਏਗਾ ਅਤੇ 18 ਦੇ ਟੇਬਲ 'ਤੇ ਵੀ ਆ ਜਾਏਗਾ। ਉਸ ਤੋਂ ਬਾਅਦ ਸਿੱਧਾ ਜਾ ਕੇ ਆਏਗਾ 36 ਦੇ ਟੇਬਲ 'ਤੇ। ਸੋ 36 ਦੇ ਫੈਕਟਰਸ ਕਿੰਨੇ ਹੋ ਗਏ ਆਪਣੇ ਕੋਲ 1 2 3 4 5 6 7 8, ਯਾਨੀ ਕਿ ਇਹਦੇ ਟੋਟਲ ਫੈਕਟਰਸ ਕਿੰਨੇ ਹੋ ਗਏ 8 ਫੈਕਟਰਸ ਹੋ ਗਏ। ਸੋ ਆਪਾਂ ਇਹ ਲਿਖ ਵੀ ਦੇਣਾ ਇਹਦੇ ਨਾਲ ਹੀ ਕਿ ਜਿਹੜੇ 5 ਦੇ ਫੈਕਟਰ ਸੀ ਉਹ ਹੈ ਕਿਹੜੇ ਕਿਹੜੇ ਆ ਅਤੇ ਟੋਟਲ ਕਿੰਨੇ ਫੈਕਟਰਸ ਆ। ਟੋਟਲ ਕਿੰਨੇ ਫੈਕਟਰਸ ਹੋ ਗਏ ਇਹਦੇ 5 ਦੇ 2 ਫੈਕਟਰਸ ਹੋ ਗਏ, 8 ਦੇ ਫੈਕਟਰਸ ਹੋ ਗਏ ਆਪਣੇ ਕੋਲ 1 2 3 ਐਂਡ 4, ਯਾਨੀ ਕਿ ਟੋਟਲ ਆਪਣੇ ਕੋਲ 4 ਫੈਕਟਰਸ ਹੋ ਗਏ ਇਹਦੇ। 14 ਦੇ ਆਪਣੇ ਕੋਲ ਹੋ ਗਏ ਫੈਕਟਰਸ 1 2 3 ਐਂਡ 4, ਨੈਕਸਟ ਦੇ ਵੀ ਆਪਣੇ ਕੋਲ 4 ਹੀ ਆ। ਟੋਟਲ ਆਪਣੇ ਕੋਲ ਇੱਧਰ ਨੈਕਸਟ ਡੀ ਦੇ ਆਪਣੇ ਕੋਲ ਕਿੰਨੇ ਫੈਕਟਰਸ ਆ 12 ਦੇ 1 2 3 4 5 ਐਂਡ 6, ਯਾਨੀ ਕਿ ਆਪਣੇ ਕੋਲ 12 ਦੇ 6 ਫੈਕਟਰ ਆ ਗਏ। ਉਸ ਤੋਂ ਬਾਅਦ ਨੈਕਸਟ 25 ਦੇ ਕਿੰਨੇ ਫੈਕਟਰ ਆ 1 2 3, ਓਨਲੀ 3, ਸੋ ਆਪਣੇ ਕੋਲ ਆਨਸਰ 3 ਆ ਗਿਆ। ਸੋ ਆਪਾਂ ਜਦੋਂ ਵੀ ਲਿਖਣਾ ਫਾਈਂਡ ਦੀ ਫੈਕਟਰਸ ਆਫ ਦੀ ਗਿਵਨ ਨੰਬਰ, ਸੋ ਆਪਾਂ 5 ਦੇ ਫੈਕਟਰਸ ਲਿਖਣੇ, ਜਦੋਂ ਸਿੰਪਲੀ ਆਨਸਰ ਕੀ ਆ ਜਾਣਾ 1 ਅਤੇ 5, ਯਾਨੀ ਕਿ ਇਹਦੇ 2 ਫੈਕਟਰਸ ਆ ਗਏ ਕਿਹੜੇ ਕਿਹੜੇ 1 ਅਤੇ 5। ਇਹ ਆਪਾਂ ਜ਼ਰੂਰ ਲਿਖਣੇ ਇੱਥੇ ਕਿੰਨੇ ਫੈਕਟਰਸ ਆਏ ਆ 1 5, ਇੱਥੇ 8 ਦੇ ਕਿੰਨੇ ਆ ਗਏ 1 2 4 ਐਂਡ 8, ਯਾਨੀ ਕਿ 4 ਫੈਕਟਰ ਆਏ ਕਿਹੜੇ ਕਿਹੜੇ 1 2 4 ਐਂਡ 8। ਇਸੇ ਤਰੀਕੇ ਨਾਲ ਹੀ ਆਪਾਂ ਫੈਕਟਰਸ ਫਾਈਂਡ ਕਰਾਂਗੇ ਆਪਾਂ ਇਸੇ ਚੈਪਟਰ ਦੇ। ਨੈਕਸਟ ਇਹਦਾ ਥਰਡ ਪਾਰਟ ਹੈਗਾ ਵਾ ਰਾਈਟ ਦੀ ਫੈਕਟਰਸ ਆਫ ਦੀ ਫੋਲੋਇੰਗ ਨੰਬਰਸ। ਇਹਦੇ ਫੈਕਟਰ ਫਾਈਂਡ ਕਰਨੇ ਆ, ਜਿਵੇਂ ਕਿ ਤੁਹਾਨੂੰ ਇਹਦੇ ਵਿੱਚ ਮੈਂ ਦੱਸਿਆ ਕਿ ਫੈਕਟਰਸ ਕਿਵੇਂ ਫਾਈਂਡ ਕਰਨੇ ਆ, ਕਿ ਕੋਈ ਵੀ ਨੰਬਰ ਆ ਉਹ ਕਿਹੜੇ ਕਿਹੜੇ ਟੇਬਲ ਦੇ ਵਿੱਚ ਆਉਂਦਾ ਵਾ ਆਪਾਂ ਉਹ ਲਿਖ ਦੇਣਾ ਹੁੰਦਾ ਵਾ। ਸਿੰਪਲੀ ਥਰਡ ਪਾਰਟ ਤੁਸੀਂ ਇਹ ਖੁਦ ਕਰੋਗੇ ਕਿਉਂਕਿ ਇਹਦੇ ਵਿੱਚ ਸਿੰਪਲੀ ਫੈਕਟਰਸ ਫਾਈਂਡ ਕਰਨੇ ਆਪਾਂ। ਉਸ ਤੋਂ ਬਾਅਦ ਨੈਕਸਟ ਆ ਜਾਏਗਾ ਇਹਦਾ ਫਾਈਂਡ ਆਊਟ ਦੀ ਈਵਨ ਨੰਬਰਸ। ਉਸ ਤੋਂ ਬਾਅਦ ਆਪਣੇ ਕੋਲ ਨਿਊ ਆਪਣੇ ਕੋਲ ਆ ਜਾਂਦਾ ਈਵਨ ਅਤੇ ਔਡ। ਈਵਨ ਔਡ ਨੰਬਰਸ, ਦੋ ਤਰੀਕੇ ਦੇ ਨੰਬਰ ਹੋ ਜਾਂਦੇ ਆ। ਜਿਹੜੇ ਨੰਬਰਸ 2 ਦੇ ਟੇਬਲ ਦੇ ਉੱਪਰ ਡਿਵਾਈਡ ਹੋ ਜਾਂਦੇ ਆ ਉਹਨਾਂ ਨੂੰ ਕਹਿੰਦੇ ਆ ਈਵਨ ਨੰਬਰਸ। ਜਿਹੜੇ 2 ਦੇ ਟੇਬਲ 'ਤੇ ਡਿਵਾਈਡ ਨਹੀਂ ਹੁੰਦੇ, 2 ਦੇ ਟੇਬਲ 'ਤੇ ਡਿਵਾਈਡ ਨਹੀਂ ਹੁੰਦੇ, ਉਹਨਾਂ ਨੇ ਕਹਿੰਦੇ ਔਡ ਨੰਬਰਸ। ਸਿੰਪਲੀ ਆਪਾਂ ਦੇਖ ਲੈਣਾ ਕਿ ਜਿਹੜੇ 2 ਦੇ ਟੇਬਲ 'ਤੇ ਕੱਟੇ ਜਾਣਗੇ ਉਹ ਹੁੰਦੇ ਈਵਨ ਨੰਬਰਸ, ਅਤੇ ਇਹਦੇ ਵਿੱਚੋਂ ਔਡ ਨੰਬਰਸ ਕਿਹੜੇ ਹੁੰਦੇ ਜਿਹੜੇ 2 ਦੇ ਟੇਬਲ 'ਤੇ ਨਹੀਂ ਜਾਂਦੇ। ਸੋ ਆਪਣੇ ਕੋਲ ਫੋਰਥ ਪਾਰਟ ਹੈਗਾ ਸੀ ਫਾਈਂਡ ਆਊਟ ਦੀ ਈਵਨ ਨੰਬਰਸ ਫਰੋਮ ਦੀ ਫੋਲੋਇੰਗ। ਸੋ ਈਵਨ ਨੰਬਰ ਆਪਾਂ ਦੇਖਣੇ, ਈਵਨ ਨੰਬਰ ਕੀ ਹੋਏਗਾ ਸਿੰਪਲੀ ਜਿਹੜਾ 2 ਦੇ ਟੇਬਲ 'ਤੇ ਡਿਵਾਈਡ ਹੋ ਜਾਏਗਾ। ਸੋ ਇਹਦੇ ਵਿੱਚੋਂ 12 ਵੀ 2 'ਤੇ ਹੋ ਜਾਏਗਾ ਡਿਵਾਈਡ, 34 ਵੀ ਹੋ ਜਾਏਗਾ, 16 ਵੀ ਹੋ ਜਾਏਗਾ, 19 ਨਹੀਂ ਹੋਏਗਾ, 28 ਵੀ ਹੋ ਜਾਏਗਾ ਡਿਵਾਈਡ 2 ਦੇ ਟੇਬਲ 'ਤੇ। ਇਸੇ ਤਰੀਕੇ ਨਾਲ ਹੀ ਇਹਦੇ ਵੀ ਤੁਸੀਂ ਨੈਕਸਟ ਸਾਰੇ ਸਮ ਖੁਦ ਕਰੋਗੇ, ਜਿਹਦੇ ਵਿੱਚੋਂ ਤੁਸੀਂ ਕੀ ਕਰਨਾ ਵਾ ਉਹਦੇ ਈਵਨ ਨੰਬਰਸ ਫਾਈਂਡ ਕਰਨੇ ਆ। ਜਿਹੜਾ ਨੈਕਸਟ ਪਾਰਟ ਹੈਗਾ ਫਿਫਥ ਪਾਰਟ, ਉਹਦੇ ਵਿੱਚ ਲਿਖਿਆ ਨਾ ਫਾਈਂਡ ਆਊਟ ਦੀ ਔਡ ਨੰਬਰਸ ਫਰੋਮ ਦੀ ਫੋਲੋਇੰਗ। ਸੋ ਇਹਦੇ ਵਿੱਚ ਆਪਾਂ ਔਡ ਨੰਬਰਸ ਫਾਈਂਡ ਕਰਨੇ ਆ। ਸੋ ਇਹਦੇ ਵਿੱਚ ਵੀ ਤੁਸੀਂ ਸਾਰੇ ਔਡ ਨੰਬਰਸ ਖੁਦ ਫਾਈਂਡ ਕਰੋਗੇ। ਇਹਦੇ ਵਿੱਚ ਮੈਂ ਪਹਿਲਾਂ ਸਮ ਕਰਕੇ ਦਿਖਾ ਦਿੰਦਾ। ਔਡ ਨੰਬਰਸ ਕੀ ਹੁੰਦੇ ਜਿਹੜੇ 2 ਦੇ ਟੇਬਲ 'ਤੇ ਡਿਵਾਈਡ ਨਹੀਂ ਹੁੰਦੇ। ਸਪੋਜ਼ ਕਰੋ ਕਿ ਆਪਣੇ ਕੋਲ ਹੈਗਾ 11 23 ਐਂਡ 19 ਐਂਡ 35, ਆਪਣੇ ਕੋਲ ਆਹ ਵਾਲੇ 4 ਔਡ ਨੰਬਰਸ ਆ ਗਏ। ਸੋ ਜਿਹੜੇ ਨੈਕਸਟ ਵਾਲੇ ਰਹਿ ਗਏ ਆਹ ਵਾਲੇ ਸਾਰੇ, ਇਹ ਤੁਸੀਂ ਸਾਰੇ ਸਮ ਖੁਦ ਕਰਨੇ ਆ। ਨੈਕਸਟ ਆਪਣੇ ਕੋਲ ਸਿਕਸਥ ਪਾਰਟ ਆ ਜਾਂਦਾ, ਜਿਹਦੇ ਵਿੱਚ ਲਿਖਿਆ ਇਹਨਾਂ ਨੇ ਫਿਲ ਇਨ ਦੀ ਬਲੈਂਕਸ। ਸੋ ਆਪਾਂ ਇੱਥੇ ਬਲੈਂਕਸ ਨੂੰ ਫਿਲ ਕਰਨਾ ਵਾ। ਸੋ ਉਹਨਾਂ ਨੇ ਆਪਾਂ ਨੂੰ ਪਹਿਲਾ ਸਮ ਕਿਹਾ ਵਾ ਇਫ 4 × 9 = 36। ਜੇਕਰ ਕਹਿੰਦੇ ਆ ਕਿ 4 ਨੂੰ ਜਦੋਂ 9 ਨਾਲ ਮਲਟੀਪਲਾਈ ਕਰੀਏ 36 ਹੁੰਦਾ, ਅਤੇ ਇਹਦੇ ਫੈਕਟਰਸ ਕਿਹੜੇ ਕਿਹੜੇ ਆ ਜਾਣਗੇ ਦੋਵਾਂ ਦੇ। ਇਹਦੇ ਫੈਕਟਰਸ ਕੀ ਆ, ਸਿੰਪਲੀ ਕੀ ਆ ਜਿਹੜੇ ਆਪਾਂ ਇੱਧਰ ਲਿਖੇ ਮਲਟੀਪਲਾਈ ਦੇ ਵਿੱਚ 4 ਅਤੇ 9, ਇਹ ਕੀ ਆ ਇਹਦੇ ਫੈਕਟਰਸ ਹੀ ਆ। ਸੋ ਸਿੰਪਲੀ ਆਪਾਂ ਲਿਖ ਦੇਣਾ ਇੱਥੇ
ਫਿਲ ਇਨ ਦੀ ਬਲੈਂਕਸ ਦੇ ਵਿੱਚ 4 ਐਂਡ 9 ਉਹ ਹੀ ਲਿਖ ਦੇਣਾ ਸਿੰਪਲੀ। ਨੈਕਸਟ ਆ ਗਿਆ ਇਹਦਾ ਸਮ 8 × 7 = 56 ਦੈਨ ਫੈਕਟਰ ਆਫ ਦੀ 56 ਆਰ। ਇੱਥੇ ਫਿਰ ਸਿੰਪਲੀ ਕੀ ਲਿਖ ਦੇਣਾ ਵਾ, ਇਹਦੇ ਫੈਕਟਰਸ ਹੀ ਲਿਖਣੇ ਆ। ਫੈਕਟਰਸ ਕੀ ਆ 8 ਅਤੇ 7 ਆ ਫੈਕਟਰ ਉਹਨਾਂ ਦੇ। ਸੋ ਨੈਕਸਟ ਆਪਣੇ ਕੋਲ ਕੀ ਆ ਜਾਏਗਾ 3 × 5 × 6 = 19 ਦੈਨ ਫੈਕਟਰਸ ਆਫ 19 ਆਰ। ਇਹਦੇ ਫਿਰ ਫੈਕਟਰ ਕੀ ਬਣ ਗਏ, ਇੱਕ ਤੇ ਹੋ ਗਿਆ 3, ਇੱਕ ਹੋ ਗਿਆ 5, ਇੱਕ ਹੋ ਗਿਆ 6। ਨੈਕਸਟ ਆਪਣੇ ਕੋਲ 8 × 10 = 80 ਦੈਨ ਦੀ ਮਲਟੀਪਲ ਆਫ 8 ਐਂਡ 10। ਇੱਥੇ ਆਪਾਂ ਫੈਕਟਰਸ ਫਾਈਂਡ ਕੀਤੇ ਸੀ, ਇੱਥੇ ਆਪਾਂ ਮਲਟੀਪਲ ਲਿਖਣਾ। 8 ਅਤੇ 10 ਦਾ ਮਲਟੀਪਲ ਕੀ ਆਇਆ ਆਪਣੇ ਕੋਲ 80। ਸੋ ਆਨਸਰ ਦੇ ਵਿੱਚ ਵੀ ਕੀ ਆ ਗਿਆ 80 ਕਿਉਂਕਿ ਇਹ ਮਲਟੀਪਲ ਆ। ਸੋ ਉਹਨਾਂ ਨੇ ਨੈਕਸਟ ਕੀਤਾ ਵਾ 2 × 3 × 5 = 30 ਦੈਨ 30 ਇਜ਼ ਦੀ ਮਲਟੀਪਲ ਆਫ ਡੈਸ਼। ਕਹਿੰਦੇ ਕਿ 30 ਜਿਹੜਾ ਵਾ ਉਹ ਕਿੰਨਾ ਦਾ ਮਲਟੀਪਲ ਆ, ਜਾਣੀ ਕਿ ਹੁਣ ਆਪਾਂ ਇੱਥੇ ਮਲਟੀਪਲ ਨਹੀਂ ਲਿਖਣਾ, ਇੱਥੇ ਆਪਾਂ ਫੈਕਟਰਸ ਲਿਖਣੇ ਆ। ਸੋ ਫੈਕਟਰਸ ਆਪਣੇ ਕੋਲ ਕੀ ਆ ਗਏ 2, 3 ਐਂਡ 5। ਸੋ ਇਸੇ ਤਰੀਕੇ ਨਾਲ ਹੀ ਆਪਾਂ 3.1 ਐਕਸਰਸਾਈਜ਼ ਸਾਰੀ ਕੰਪਲੀਟ ਹੋ ਜਾਂਦੀ। ਇਹਨੂੰ ਆਪਣੀ ਨੋਟਬੁੱਕ ਦੇ ਉੱਪਰ ਤੁਸੀਂ ਸਾਰਿਆਂ ਨੇ ਰਾਈਟ ਕਰਨਾ ਵਾ, ਜਿਹੜੇ ਸਮ ਰਹਿੰਦੇ ਆ ਉਹ ਸਾਰੇ ਵੀ ਸੋਲਵ ਕਰਕੇ ਆਪਣੀ ਕਾਪੀ ਦੇ ਉੱਪਰ ਲਿਖਣੇ ਆ। ਥੈਂਕ ਯੂ।